हेलो स्टूडेंट्स, बेटा अज आप करना है मैथड्स ऑफ प्रैपरेशन ऑफ कार्बोक्सिलिक एसिड्स। ठीक है, हुण देखो आप कार्बोक्सिलिक एसिड किद्दां बना सकते हैं। आप पहला भी किया होया है। ठीक है, फस्ट जिहड़ा मैथड करना, फस्ट मैथड हैगा बाय ऑक्सीडेशन ऑफ बाय द ऑक्सीडेशन ऑफ प्राइमरी एल्कोहल्स कि ਆਪਾਂ ਪ੍ਰਾਇਮਰੀ ਐਲਕੋਹਲਸ ਦੀ ਆਕਸੀਡੇਸ਼ਨ ਕਰਕੇ ਉਹਨਾਂ ਤੋਂ ਕੀ ਬਣਾ ਸਕਦੇ ਹਾਂ, ਬਾਏ ਆਕਸੀਡੇਸ਼ਨ ਆਫ ਪ੍ਰਾਇਮਰੀ ਐਲਕੋਹਲਸ ਐਂਡ ਐਲਡੀਹਾਈਡ ਵੀ ਲਿਖ ਦਿੰਦਾ ਨਾਲ ਹੀ। ਓਕੇ, ਐਲਡੀਹਾਈਡ ਤੋਂ ਵੀ ਬਣਾ ਸਕਦੇ ਹਾਂ ਬਾਏ ਆਕਸੀਡੇਸ਼ਨ ਆਫ ਪ੍ਰਾਇਮਰੀ ਐਲਕੋਹਲਸ ਐਂਡ ਐਲਡੀਹਾਈਡ। ਜਿੱਦਾਂ ਮੰਨ ਲਓ ਤੁਹਾਡੇ ਕੋਲ ਕੋਈ ਵੀ ਇੱਕ ਐਲਡੀਹਾਈਡ ਆ, ਐਲਡੀਹਾਈਡ ਦੀ ਐਲਕੋਹਲ ਆ, ਪ੍ਰਾਇਮਰੀ ਐਲਕੋਹਲ, ਤੁਸੀਂ ਉਹਦੀ ਆਕਸੀਡੇਸ਼ਨ ਕੀਤੀ। ਜਦੋਂ ਆਕਸੀਡੇਸ਼ਨ ਕੀਤੀ ਇਹਦੇ ਤੋਂ ਬਣ ਗਿਆ ਪਹਿਲਾਂ ਐਲਡੀਹਾਈਡ। ਠੀਕ ਹੈ, ਐਲਕੋਹਲ ਸੀਗਾ ਪ੍ਰਾਇਮਰੀ ਐਲਕੋਹਲ, ਚਲੋ ਇਹਦਾ ਤੁਹਾਨੂੰ ਪਤਾ ਹੀ ਹੈ। ਐਲਕੋਹਲ ਸੀਗਾ, ਐਲਕੋਹਲ ਤੋਂ ਕਿਆ ਬਣ ਗਿਆ ਐਲਡੀਹਾਈਡ। ਉਹਦੀ ਜਦੋਂ ਆਪਾਂ ਫਰਦਰ ਆਕਸੀਡੇਸ਼ਨ ਕਰਨੀ ਆ, ਠੀਕ ਹੈ, ਫਰਦਰ ਆਕਸੀਡੇਸ਼ਨ ਕੀਤੀ, ਫਰਦਰ ਆਕਸੀਡੇਸ਼ਨ ਨਾਲ ਐਲਡੀਹਾਈਡ ਤੋਂ ਕਿਆ ਬਣ ਜਾਣਾ ਐਸਿਡ ਬਣ ਜਾਣਾ। ਇੱਕ ਸਿੰਪਲ ਜਿਹੀ ਰਿਐਕਸ਼ਨ ਹੈ, ਇਹਦੇ ਵਿੱਚ ਕੁਝ ਜ਼ਿਆਦਾ ਨਹੀਂ ਕਰਨਾ। ਕਿਆ ਬਣ ਗਿਆ ਕਾਰਬੋਕਸਿਲਿਕ ਐਸਿਡ। ਇਹਨੂੰ ਜ਼ਿਆਦਾ ਬਰਡਨ ਨਹੀਂ ਪਾਣਾ। ਇੱਕ ਐਗਜ਼ਾਮਪਲ ਕਰ ਲੈਂਦੇ ਹਾਂ। ਜਿੱਦਾਂ ਤੁਹਾਡੇ ਕੋਲ ਮੰਨ ਲਓ ਇਥਾਈਲ ਐਲਕੋਹਲ ਆ, ਤੁਹਾਡੇ ਕੋਲ ਇਥਾਈਲ ਐਲਕੋਹਲ ਆ CH3CH2OH। ਇਹਦੀ ਆਕਸੀਡੇਸ਼ਨ ਕੀਤੀ, ਹੁਣ ਮੈਂ ਨੇਮ ਨਹੀਂ ਲਿਖ ਰਿਹਾ ਨੀਚੇ, ਇਹ ਤੁਹਾਨੂੰ ਪਤਾ ਹੀ ਹੈ, ਲਗਭਗ ਤੁਸੀਂ ਕਰਦੇ ਹੀ ਪਏ ਆ। ਠੀਕ ਹੈ, ਇਹਦੀ ਪਹਿਲਾਂ ਕਿਆ ਕੀਤੀ ਹੈ, ਆਕਸੀਡੇਸ਼ਨ ਕਰਕੇ ਕਿਆ ਬਣ ਜਾਣਾ ਉੱਤੋਂ CH3CHO ਕੀ ਬਣ ਗਿਆ ਐਸੀਟੈਲਡੀਹਾਈਡ। ਉਹਦੀ ਫਰਦਰ ਆਕਸੀਡੇਸ਼ਨ ਕੀਤੀ, ਕੀ ਬਣ ਗਿਆ ਐਸੀਟਿਕ ਐਸਿਡ। ਇੱਦਾਂ ਯਾਦ ਰੱਖਣਾ ਹੈ। ਠੀਕ ਹੈ, ਇਹਦੀਆਂ ਲਿਮਿਟੇਸ਼ਨਸ ਵੀ ਹੈ, ਪਹਿਲਾਂ ਇਹ ਦੇਖ ਲਓ। ਇਹ ਕਿਆ ਸੀਗਾ ਇਥੇਨੋਲ ਇਥੇਨੋਲ ਸੀਗੀ, ਮੈਂ ਲਿਖਿਆ ਹੀ ਦਿੰਦਾ इथेनॉल। ये क्या बन गया एसिटैल्डिहाइड। ये उदा मैं कॉमन नेम लिखता, पहला मैं IUPAC अभी कॉमन ही लिखने लगा, एसिटिक एसिड बन गया। ठीक है, इदा चलना है काम। ओके, ठीक है बेटा। तो बच्चे यदि एक लिमिटेशन है, ठीक है ना, लिमिटेशंस क्या है कि जोड़ा फॉर्मिक एसिड है, कि फॉर्मिक एसिड नूं आपां ये मैथड दे नाल नहीं बना सकते। लिमिटेशंस देख लो, क्या मैं लिखे देना लिमिटेशन की है। दिस मैथड इज नॉट यूजफुल या सूटेबल फॉर प्रिपेयरिंग फॉर्मिक एसिड। ठीक है, ये तुसी ਅੱਗੇ ਵੀ ਤੁਹਾਡੇ ਕਾਫੀ ਕੰਮ ਆਣਾ। ਇਹ ਮੈਥਡ ਦੇ ਨਾਲ ਆਪਾਂ ਫਾਰਮਿਕ ਐਸਿਡ ਨਹੀਂ ਬਣਾ ਸਕਦੇ। ਕਿਉਂ ਨਹੀਂ ਬਣਾ ਸਕਦੇ? ਕਿਉਂਕਿ ਜਿਹੜਾ ਫਾਰਮਿਕ ਐਸਿਡ ਹੁੰਦਾ ਆ, ਠੀਕ ਆ, ਮੰਨ ਲਓ ਪਹਿਲਾਂ ਸਾਡੇ ਕੋਲ ਫਾਰਮੈਲਡੀਹਾਈਡ ਸੀਗਾ, ਇਹਦੀ ਆਪਾਂ ਆਕਸੀਡੇਸ਼ਨ ਕੀਤੀ, ਉਹ ਤੋਂ ਕਿਆ ਬਣ ਗਿਆ ਫਾਰਮਿਕ ਐਸਿਡ ਬਣ ਗਿਆ। ਠੀਕ ਹੈ, ਹੁਣ ਜਿਹੜਾ ਫਾਰਮੈਲਡੀਹਾਈਡ, ਇਹ ਕੀ ਬਣ ਗਿਆ ਫਾਰਮਿਕ ਐਸਿਡ। ਇਹ ਹੁਣ ਜਿਹੜੀ ਆਕਸੀਡੇਸ਼ਨ ਹੈ ਇੱਥੇ ਰੁਕਦੀ ਨਹੀਂ ਗੀ। ਜਿਹੜਾ ਫਾਰਮਿਕ ਐਸਿਡ ਹੈ ਫਰਦਰ ਫਿਰ ਆਕਸੀਡਾਈਜ਼ ਹੋ ਜਾਂਦਾ। ਇਹ ਫਰਦਰ ਆਕਸੀਡਾਈਜ਼ ਹੋ ਕੇ ਕੀ ਬਣਾ ਦਿੰਦਾ ਕਾਰਬਨ ਡਾਈਆਕਸਾਈਡ ਪਲੱਸ ਵਾਟਰ, ਮਤਲਬ ਕਿ ਸਾਰਾ ਕੁਝ ਹੀ ਉੱਡ ਜਾਂਦਾ। ਠੀਕ ਹੈ, ਤਾਂ ਕਰਕੇ ਆਪਾਂ ਜਿਹੜਾ ਫਾਰਮਿਕ ਐਸਿਡ ਨੂੰ ਇਹ ਮੈਥਡ ਦੇ ਨਾਲ ਨਹੀਂ ਬਣਾ ਸਕਦੇ। ਠੀਕ ਹੈ, ਕਿਉਂਕਿ ਉਹ ਫਰਦਰ ਆਕਸੀਡਾਈਜ਼ ਹੋ ਕੇ ਕੀ ਦੇ ਦਿੰਦਾ ਕਾਰਬਨ ਡਾਈਆਕਸਾਈਡ ਐਂਡ ਵਾਟਰ। ਠੀਕ ਹੈ, ठीक है बेटा। साडा नैक्सट हैगा बाय ऑक्सीडेशन ऑफ सैकेंडरी एल्कोहल्स एंड कीटोन्स, कि जिहड़े सैकेंडरी एल्कोहल जां कीटोन्स हुंदे आ वो भी ऑक्सीडाइज होके एसिड दिंदे आ। बट जिहड़े चलो एक कर लैने आ आपां, सब तो पहलां शुरुआत करदे आ। ये वाला एक एल्कोहल लिया है, हुण एक सैकेंडरी एल्कोहल आ, क्योंकि जिहड़ा एल्कोहलिक ग्रुप उहदे नाल दो एल्काइल ग्रुप लगे हुए आ। ठीक है, सो किहड़ा एल्कोहल है सैकेंडरी एल्कोहल आ। जदों इहदी ऑक्सीडेशन हुई, इहदी ऑक्सीडेशन जदों भी होनी है सैकेंडरी एल्कोहल दी, उत्तों
ਕੀਟੋਨ ਬਣਨਾ। ਇਹ ਤਾਂ ਆਪਾਂ ਪੜ੍ਹਿਆ ਹੋਇਆ ਆ, ਠੀਕ ਹੈ। ਪਹਿਲਾਂ ਜਦੋਂ ਆਪਾਂ ਕੀਤੀਆਂ ਸੀਗੀਆਂ 12 ਨਹੀਂ ਜਦੋਂ ਆਪਾਂ ਐਲਡੀਹਾਈਡ ਜਾਂ ਕੀਟੋਨ ਦੀ ਪ੍ਰੈਪਰੇਸ਼ਨ ਕਰਦੇ ਸੀਗੇ। ਹੁਣ ਇਹਦੇ ਅੱਗੇ ਜਿਸ ਤਰ੍ਹਾਂ ਫਰਦਰ ਆਕਸੀਡੇਸ਼ਨ ਹੋਣੀ ਆ, ਹੁਣ ਦੇਖੋ ਐਸਿਡ ਕਦੋਂ ਬਣੂਗਾ? CO ਗਰੁੱਪ ਤਾਂ ਹੈਗਾ, ਕਾਰਬਨ ਦੇ ਨਾਲ ਕਿਹੜੀ ਨਵੀਂ ਚੀਜ਼ ਐਡ ਹੋਣੀ ਆ? OH ਗਰੁੱਪ ਨੇ ਐਡ ਹੋਣਾ। ਬਟ ਜੇ OH ਗਰੁੱਪ ਐਡ ਹੋਣਾ, ਜਾਂ ਤਾਂ ਇੱਧਰੋਂ ਬੌਂਡ ਟੁੱਟੂਗਾ ਜਾਂ ਇੱਧਰੋਂ ਬੌਂਡ ਟੁੱਟੂਗਾ, ਠੀਕ ਹੈ। ਹੁਣ ਦੋਨੋਂ ਸੇਮ ਆ, ਜਿੱਧਰੋਂ ਮਰਜ਼ੀ ਬੌਂਡ ਤੋੜ ਲਓ। CH3C ਡਬਲ ਬੌਂਡ O, ਇੱਧਰੋਂ ਬੌਂਡ ਤੋੜਿਆ, ਕਿਆ ਬਣ ਗਿਆ? OH। ਹੁਣ ਇਹ ਕੀ ਜਿਹੜਾ ਇਕੱਲਾ ਗਰੁੱਪ ਆ ਕਾਰਬਨ ਤੇ ਇਹਦੇ ਵਿੱਚ ਕਾਰਬਨ ਤੇ ਹਾਈਡਰੋਜਨ ਆ, ਜਿਹੜੀ ਕਾਰਬਨ ਤੇ ਹਾਈਡਰੋਜਨ ਹੋਣੀ ਆ ਉਹਦੀ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਬਾਹਰ ਨਿਕਲ ਜਾਣਾ ਹੈ, ਠੀਕ ਹੈ। ਕਿਆ ਨਿਕਲ ਗਿਆ? ਕਾਰਬਨ ਡਾਈ। ਹੁਣ ਇਹ ਦੇਖੋ ਇਹ ਬਣਿਆ, ਇੱਥੇ ਕਿੰਨੇ ਕਾਰਬਨ ਸੀ? 1 2 3। ਕੀਟੋਨ ਦੇ ਵਿੱਚ 3 ਕਾਰਬਨ ਐਟਮ ਸੀਗੇ, ਬਟ ਜਿਹੜਾ ਐਸਿਡ ਬਣਿਆ ਉਹਦੇ ਵਿੱਚੋਂ 1 ਕਾਰਬਨ ਐਟਮ ਘਟ ਗਿਆ, ਠੀਕ ਹੈ। ਤੁਸੀਂ ਯਾਦ ਰੱਖਣਾ ਕੀਟੋਨਸ ਜਾਂ ਜਿਹੜੇ ਸੈਕੰਡਰੀ ਅਲਕੋਹਲਸ ਹੁੰਦੇ ਆ, ਜਦੋਂ ਉਹਨਾਂ ਦੀ ਆਕਸੀਡੇਸ਼ਨ ਹੋਣੀ ਆ, ਜਿਹੜਾ ਐਸਿਡ ਬਣਨਾ ਉਹਦੇ ਵਿੱਚ ਐਸਿਡ ਬਣਨਾ ਵਿਦ ਲੈਸ ਨੰਬਰ ਆਫ ਕਾਰਬਨ ਐਟਮਸ। ਇਹ ਚੀਜ਼ ਯਾਦ ਰੱਖਣੀ ਆ, ਓਕੇ। ਤੇ ਬੇਟਾ ਉਹਦੇ ਬਾਅਦ 'ਚ ਇੱਕ ਆਪਾਂ ਪੌਪ-ਅਪਸ ਰੂਲ ਵੀ ਪੜ੍ਹਿਆ ਸੀਗਾ, ਠੀਕ ਹੈ। ਫਿਰ ਵੀ ਮੈਨੂੰ ਰਿਵਾਈਜ਼ ਕਰਵਾ ਦਿੰਦਾ ਹੈ। ਜੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਅਨਸਿਮੈਟ੍ਰੀਕਲ ਕੀਟੋਨ ਆ ਜਾਵੇ, ਠੀਕ ਹੈ, ਅਨਸਿਮੈਟ੍ਰੀਕਲ ਕੀਟੋਨ ਆ ਗਿਆ, ਇਹਦੀ ਜਦੋਂ ਆਕਸੀਡੇਸ਼ਨ ਹੋਣੀ ਆ, ਇਹਦੇ ਵਿੱਚ ਬ੍ਰੇਕਡਾਊਨ ਹੋਣੀ ਆ ਇਹ ਵਾਲੇ ਪੁਆਇੰਟ ਤੋਂ। ਮਤਲਬ ਕਿ ਜਿਹੜਾ ਮਿਥਾਈਲ ਗਰੁੱਪ ਆ ਉਹਨੇ ਕਾਰਬੋਨਿਲ ਗਰੁੱਪ ਦੇ ਨਾਲ ਰਹਿਣਾ ਪਸੰਦ ਕਰਨਾ ਆ। ਜਿਹੜਾ ਮਿਥਾਈਲ ਗਰੁੱਪ ਆ ਉਹਨੇ ਕਿਹਦੇ ਨਾਲ ਰਹਿਣਾ ਆ? ਕਾਰਬੋਨਿਲ ਗਰੁੱਪ ਦੇ ਨਾਲ ਰਹਿਣਾ। ਕੀ ਬਣਨਾ? CH3C ਡਬਲ ਬੌਂਡ OH, ਇੱਕ ਆ ਚੀਜ਼ ਬਣ ਗਈ, ਠੀਕ ਹੈ। ਦੂਸਰਾ ਕੀ ਬਣੂਗਾ? CH3 ਇੱਦਾਂ ਹੀ ਆ ਐਜ਼ ਇਟ ਇਜ਼, ਠੀਕ ਹੈ। ਇਹਨੂੰ ਮੈਂ ਲਿਖਣ ਲੱਗਾ CH3, ਉਸ ਤੋਂ ਬਾਅਦ 'ਚ CH2 ਆ ਵੀ ਇੱਦਾਂ ਹੀ ਆ। ਇਹ ਜਿਹੜਾ ਇਹਦਾ ਐਸਿਡ ਬਣ ਜਾਣਾ C ਡਬਲ ਬੌਂਡ OH, ਠੀਕ ਹੈ। ਇੰਨਾ ਕੁ ਕੰਮ ਹੋਣਾ ਆ, ਦੇਖ ਲਓ। ਫਿਰ ਇੱਥੋਂ ਬ੍ਰੇਕਡਾਊਨ ਹੋਈ, ਇੱਕ ਤਾਂ ਇਹਦਾ ਵੀ ਐਸਿਡ ਬਣ ਜਾਣਾ, ਇੱਧਰ ਵਾਲੇ 3 ਕਾਰਬਨ ਐਟਮਸ ਆ ਉਹਨਾਂ ਦਾ ਵੀ ਐਸਿਡ ਬਣ ਜਾਣਾ, ਬਟ ਆਹ ਵਾਲੇ ਕਾਰਬਨ ਐਟਮ ਜਿਹੜਾ ਨਾ ਇੱਧਰ ਵਾਲਾ ਉਹਦਾ ਐਸਿਡ ਬਣਾਉਣਾ COOH। ਫਸਟ ਵਾਲੇ 2 ਐਜ਼ ਇਟ ਇਜ਼ ਰਹਿਣ ਦੇਣੇ ਆ, ਠੀਕ ਹੈ। ਇਹ ਸੀਗਾ ਸਾਡਾ ਪੌਪ-ਅਪਸ ਰੂਲ, ਓਕੇ ਬੇਟਾ। ਜਿਹੜੀ ਇਹ ਰਿਐਕਸ਼ਨ ਆ ਨਾ, ਇਹਦੇ ਵਿੱਚ ਆਪਾਂ ਜਿਹੜਾ ਸਾਇਨਾਈਡਸ ਹੁੰਦੇ ਆ ਉਹਨਾਂ ਦੀ ਹਾਈਡਰੋਲਿਸਿਸ ਕਰਦੇ ਆ। ਸਭ ਤੋਂ ਪਹਿਲਾਂ ਸਾਇਨਾਈਡ ਦੀ ਪ੍ਰੈਪਰੇਸ਼ਨ ਕਿੱਦਾਂ ਹੁੰਦੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਸਿੰਪਲ ਜਿਹਾ ਮੈਥਡ ਕਰ ਲੈਂਦੇ ਆ, ਠੀਕ ਹੈ। ਪ੍ਰੈਪਰੇਸ਼ਨ ਆਫ ਸਾਇਨਾਈਡ, ਪ੍ਰੈਪਰੇਸ਼ਨ ਆਫ ਸਾਇਨਾਈਡ। ਸਾਇਨਾਈਡ ਦੀ ਪ੍ਰੈਪਰੇਸ਼ਨ ਕਿੱਦਾਂ ਹੁੰਦੀ? ਮੰਨ ਲਓ ਤੁਹਾਡੇ ਕੋਲ ਐਲਕੋਹਲ ਆ, ਕੋਈ ROH ਅਲਕੋਹਲ ਆ, ਉਹਦੇ ਵਿੱਚ ਤੁਸੀਂ ਪਾਤਾ PCl5 ਫਾਸਫੋਰਸ ਪੈਂਟਾਕਲੋਰਾਈਡ, ਇਹਦੇ ਵਿੱਚੋਂ ਮਾਈਨਸ ਹੋ ਜਾਣਾ POCl3, ਮਾਈਨਸ ਨਾਲ ਹੋ ਜਾਣਾ HCl, ਬਣਨਾ ਕਿਆ? ਬਣ ਜਾਣਾ RCl ਬਣ ਗਿਆ, ਠੀਕ ਹੈ। ਇਹ ਬਣ ਗਿਆ ਐਲਕਾਈਲ ਕਲੋਰਾਈਡ, ਇਹਦੇ ਵਿੱਚ ਤੁਸੀਂ ਪਾ ਦੇਣਾ KCN। ਕੀ ਐਡ ਕਰ ਦਿੱਤਾ? KCN ਦੇ ਨਾਲ ਕੀ ਹੋ ਜਾਣਾ? Cl ਬਾਹਰ ਨਿਕਲ ਜਾਣਾ, KCl ਬਾਹਰ ਨਿਕਲ ਜਾਣਾ, ਤੇ Cl ਦੀ ਜਗ੍ਹਾ CN ਜੁੜ ਜਾਣਾ। ਇਹ ਸਾਡੇ ਕੋਲ ਬਣ ਗਿਆ ਐਲਕਾਈਲ ਸਾਇਨਾਈਡ, ਠੀਕ ਹੈ। ਪਤਾ ਲੱਗ ਗਿਆ ਐਲਕਾਈਲ ਸਾਇਨਾਈਡ ਕਿੱਦਾਂ ਬਣਦਾ ਪਿਆ। ਐਲਕੋਹਲ ਸੀਗਾ, ਐਲਕੋਹਲ ਦੇ ਵਿੱਚ ਕੀ ਪਾਇਆ? PCl5, PClOH ਦੀ ਜਗ੍ਹਾ Cl ਆ ਗਿਆ, ਫਿਰ ਉਹਦੇ ਵਿੱਚ KCN ਪਾ ਕੇ Cl ਦੀ ਜਗ੍ਹਾ CN ਲੱਗ ਗਿਆ, ਓਕੇ। ਤੇ ਹੁਣ ਜਿਹੜਾ ਆਪਾਂ ਮੇਨ ਪੜ੍ਹਨੀ ਆ ਹਾਈਡਰੋਲਿਸਿਸ ਆਫ ਸਾਇਨਾਈਡ। ਹਾਈਡਰੋਲਿਸਿਸ ਹੁੰਦੀ ਆ, ਹਰ ਵਾਰ ਯਾਦ ਰੱਖਣਾ, ਹਾਈਡਰੋਲਿਸਿਸ ਮੀਨਸ ਐਡੀਸ਼ਨ ਆਫ ਵਾਟਰ, ਮਤਲਬ ਵਾਟਰ ਐਡ ਹੋ ਰਿਹਾ। ਕੋਈ ਵੀ ਅਲਕਾਈਲ ਸਾਇਨਾਈਡ ਲਓ, C ਟ੍ਰਿਪਲ ਬੌਂਡ N, ਇਹ ਵਾਲੀ ਚੀਜ਼ ਹੁੰਦੀ ਸਾਇਨਾਈਡ। ਇਹਦੇ ਵਿੱਚ ਵਾਟਰ ਐਡ ਕਰਨਾ ਆ। ਇਹ ਆਪਾਂ ਐਸਿਡ ਦੀ ਪ੍ਰੈਜ਼ੈਂਸ 'ਚ ਵੀ ਕਰ ਸਕਦੇ ਹਾਂ, ਬੇਸ ਦੀ ਪ੍ਰੈਜ਼ੈਂਸ 'ਚ ਵੀ ਕਰ ਸਕਦੇ ਹਾਂ ਹਾਈਡਰੋਲਿਸਿਸ, ਠੀਕ ਹੈ। ਹੁਣ ਇਹਦੇ ਵਿੱਚ ਬਣਨਾ ਕਿਆ? ਸਾਨੂੰ ਉਹ ਤਾਂ ਪਤਾ ਹੀ, ਆਪਾਂ ਬਣਾਣੇ ਕੀ ਪਏ? ਫਾਰਮੇਸ਼ਨ ਆਫ ਐਸਿਡ ਕਰਦੇ ਪਏ, RC ਡਬਲ ਬੌਂਡ OH ਪਲੱਸ ਬਾਹਰ ਨਿਕਲ ਜਾਣਾ ਹੈ NH3, ਅਮੋਨੀਆ ਬਾਹਰ ਨਿਕਲ ਜਾਣਾ। ਹੁਣ ਇਹਨੂੰ ਥੋੜਾ ਕੁ ਬੈਲੈਂਸ ਕਰਨ ਲਈ ਸਾਨੂੰ ਇਹਦੇ ਮੂਹਰੇ 2 ਲਗਾਉਣੇ ਪੈਂਦੇ ਆ, ਠੀਕ ਹੈ।
ਤੁਸੀਂ ਸਿੰਪਲ ਜੀ ਰਿਐਕਸ਼ਨ ਯਾਦ ਰੱਖਣੀ ਹੈ, ਠੀਕ ਹੈ ਨਾ। ਇਹ ਬੇਸਿਕਲੀ ਜਿਹੜੀਆਂ ਇਹ ਰਿਐਕਸ਼ਨਸ ਹੈ ਕਨਵਰਜੈਂਸ ਦੇ ਵਿੱਚ ਕੰਮ ਆਉਂਦੀਆਂ ਹੈ, ਠੀਕ ਹੈ। ਜਿੱਦਾਂ ਤੁਹਾਡੇ ਕੋਲ ਕਹਤਾ ਮਿਥਾਈਲ ਸਾਇਨ ਹੈ, ਇਦਾਂ ਵੀ ਕੁਐਸਚਨ ਆ ਸਕਦਾ ਕਨਵਰਟ, ਇਹ ਚਲੋ ਕੁਐਸਚਨ ਕਰਕੇ ਦੱਸ ਦੇਣਾ, ਕਨਵਰਟ ਮਿਥਾਈਲ क्लोराइड टू एसिटिक एसिड, कन्वर्ट मिथाइल क्लोराइड टू एसिटिक एसिड। हुण देखो मिथाइल क्लोराइड तो ये वाली चीज़ है CH3Cl, एसिटिक एसिड है CH3COOH। हुण इहदे तो किद्दां जाना, इहदे विच सब तो पहलां आपां KCN ऐड कीता, KCN ऐड करके KCl माइनस हो गया, ठीक है। की बन गया CH3C ट्रिपल बॉन्ड N, इन्नी चीज़ आ गई। हुण उहदे बाद विच इहदी क्या कर देने, इहदी हाइड्रोलिसिस करती, इहदे विच वाटर ऐड करते 2 मॉलीक्यूल्स, ठीक है। नाल लिख दो हाइड्रोलिसिस, हाइड्रोलिसिस नाल क्या बन गया, इहदा एसिड बन जाना प्लस NH3, साडे कोल एक ही बन गया एसिटिक एसिड। इस तरह क्वेश्चन आते होंगे है, ठीक है। तुसीं इस तरह ही इन्हां नूं करना है, काफ़ी इंपॉर्टेंट है, ठीक है। प्रैप ਜਿਹੜੀਆਂ ਕਨਵਰਜੈਂਸ ਆ ਉਹ ਕਾਫੀ ਮੈਜੋਰਿਟੀ ਦੇ ਵਿੱਚ ਆਉਂਦੀਆਂ ਹੁੰਦੀਆਂ, ਠੀਕ ਹੈ। ਕਨਵਰਜੈਂਸ ਚੰਗੀ ਤਰ੍ਹਾਂ ਕਰਕੇ ਜਾਣੀਆਂ ਆ, ਓਕੇ। ਤੇ ਬੇਟਾ ਨੈਕਸਟ ਜਿਹੜਾ ਆਪਾਂ ਕਰਨਾ ਹੈ ਉਹ ਹੈਗਾ ਬਾਈ ਐਲਕਾਲਾਈਨ ਹਾਈਡਰੋਲਿਸਿਸ ਆਫ 1,1 ਟਰਾਈ ਹੈਲੋਜਨ ਡੈਰੀਵੇਟਿਵ, ਠੀਕ ਹੈ। ਤੁਹਾਡੇ ਕੋਲ ਕੋਈ ਵੀ ਟਰਾਈ ਹੈਲੋਜਨ ਡੈਰੀਵੇਟਿਵ ਆ, ਜਿੱਦਾਂ RX, ਠੀਕ ਹੈ। X ਸਟੈਂਡਸ ਫॉर ਹੈਲੋਜਨ ਐਟਮ, ਠੀਕ ਹੈ। ਕੋਈ ਹੈਲੋਜਨ ਐਟਮ ਆ, ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਪਾ ਦਿਓ, ਇਹਦੇ ਵਿੱਚ 3 ਮੋਲੀਕਿਊਲ ਪਾ ਦਿਓ ਸੋਡੀਅਮ ਹਾਈਡਰੋਕਸਾਈਡ ਦੇ, ਉਹਦਾ ਐਕੁਅਸ ਸੋਲਿਊਸ਼ਨ, ਐਕੁਅਸ ਮੀਨਸ ਡਿਜ਼ੋਲਵ ਇਨ ਵਾਟਰ। ਹੁਣ ਜਿਹੜਾ ਸੋਡੀਅਮ ਆ ਇਹਨੇ ਇੱਥੋਂ X ਨੂੰ ਬਾਹਰ ਕੱਢ ਦੇਣਾ, NaX ਦੇ 3 ਮੋਲੀਕਿਊਲ ਬਾਹਰ ਆ ਜਾਣੀ ਹੈ, ਠੀਕ ਹੈ। ਬਣ ਕੇ ਜਾਣਾ RCOH OH ਐਂਡ OH। ਹੁਣ ਇਹ ਵਾਲਾ ਕੰਪਾਊਂਡ ਜਿਹੜਾ ਹੁੰਦਾ ਇਹ ਅਨਸਟੇਬਲ ਹੁੰਦਾ, ਕੀ ਹੁੰਦਾ ਇਹ ਅਨਸਟੇਬਲ, ਮਤਲਬ ਰਹਿ ਨਹੀਂ ਸਕਦਾ ਕਾਰਬਨ ਦੇ ਨਾਲ 3 ਹਾਈਡਰੋਕਸਾਈਡ ਗਰੁੱਪ ਜੁੜੇ ਹੋਏ ਆ, ਠੀਕ ਹੈ। ਇੱਥੋਂ ਕੀ ਹੋਣਾ, ਇੱਥੋਂ ਵਾਟਰ ਦਾ ਲਾਸ ਹੋ ਜਾਣਾ, ਮਤਲਬ ਕਿ ਵਾਟਰ ਮੋਲੀਕਿਊਲ ਬਾਹਰ ਨਿਕਲ ਜਾਣਾ। ਵਾਟਰ ਮੋਲੀਕਿਊਲ ਬਾਹਰ ਨਿਕਲ ਗਿਆ, ਇਹ ਵਾਲੇ ਬੌਂਡ ਨੇ ਇਸ ਸਾਈਡ ਸ਼ਿਫਟ ਹੋ ਜਾਣਾ, ਠੀਕ ਹੈ। ਦੇਖੋ ਬਣਿਆ ਕਿਆ, ਵਾਟਰ ਬਾਹਰ ਚਲ ਗਿਆ ਘੂਮਨੇ, RC ਇੱਧਰ ਇੱਕ ਬੌਂਡ ਪਹਿਲਾਂ ਹੀ ਸੀ, ਇੱਕ ਇੱਧਰ ਵਾਲਾ ਘੁੰਮ ਕੇ ਅਗਰ ਡਬਲ ਬੌਂਡ OH, ਇਹ ਕੀ ਬਣ ਗਿਆ ਦੇਖੋ, ਇਹ ਐਸਿਡ ਬਣ ਗਿਆ, ਠੀਕ ਹੈ। ਇਸ ਤਰ੍ਹਾਂ ਕਰਨਾ ਹੈ। ਇੱਕ ਹੋਰ ਆਪਾਂ ਰਿਐਕਸ਼ਨ ਕਰ ਲੈਂਦੇ ਆ, ਜਿਹੜਾ ਬੁੱਕ ਦੇ ਵਿੱਚੋਂ ਇਹਨੂੰ ਅੱਗੇ ਵੀ ਕੰਪਲੀਟ ਕਰਕੇ ਇੱਥੇ ਸੋਡੀਅਮ ਲਗਾ ਦਿੰਦਾ, ਤੁਸੀਂ ਇੱਥੇ ਤੱਕ ਹੀ ਕਰ ਲਓ ਬਹੁਤ ਆ, ਠੀਕ ਹੈ। ਉਹ ਸੋਡੀਅਮ ਤਾਂ ਲਗਾ ਦਿੰਦਾ ਕਿਉਂਕਿ ਜਿਹੜਾ ਇਹ ਪੂਰਾ ਸੋਲਿਊਸ਼ਨ ਹੈ ਬੇਸਿਕ ਮੀਡੀਅਮ ਦੇ ਵਿੱਚ ਚੱਲਦਾ ਪਿਆ, ਐਂਡ ਦੇ ਵਿੱਚ ਉਹ ਕਿਆ ਲਿਖ ਦਿੰਦੇ ਆ NaOH ਕਰਕੇ, ਤੇ ਇਹਦੇ ਵਿੱਚ ਵਾਟਰ ਮਾਈਨਸ ਕਰ ਦਿੰਦੇ ਆ, ਠੀਕ ਹੈ। ਕੀ ਬਣਾ ਦਿੰਦੇ ਆ RC ਟ੍ਰਿਪਲ ਬੌਂਡ O, ਇਹਦੀ ਜਗ੍ਹਾ ONa ਲਿਖ ਦਿੰਦੇ ਆ, ਮਤਲਬ ਕਿ Na ਤਾਂ ਆ ਜਾਂਦਾ ਕਿਉਂਕਿ ਸਾਰਾ ਸੋਲਿਊਸ਼ਨ ਜਿਹੜਾ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ ਦੇ ਵਿੱਚ ਹੁੰਦਾ ਪਿਆ ਹੈ, ਠੀਕ ਹੈ। ਬਟ ਤੁਸੀਂ ਇੱਥੇ ਤੱਕ ਵੀ ਕਰਦੇ ਪਏ, ਜੇ ਕਨਵਰਜਨ ਆਉਂਦੀ ਪਈ ਇੱਥੇ ਤੱਕ ਹੀ ਕਰਕੇ ਆਣੀ, ਜ਼ਿਆਦਾ ਨਹੀਂ ਅੱਗੇ ਆਪਾਂ ਦਿਮਾਗ ਨਹੀਂ ਲਗਾਉਣਾ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਆ, ਸਾਡੇ ਕੋਲ ਕਲੋਰੋਫਾਰਮ ਆ, ਕਲੋਰੋਫਾਰਮ ਪਤਾ ਕਲੋਰੋਫਾਰਮ ਕਿਆ ਹੁੰਦੀ ਹੈ, CHCl3 ਕਲੋਰੋਫਾਰਮ, ਠੀਕ ਹੈ। ਇਹਦਾ ਲਿਖ ਦਿੰਦੇ ਨਾਮ ਕਲੋਰੋਫਾਰਮ ਆ, ਠੀਕ ਹੈ। ਕਲੋਰੋਫਾਰਮ ਦੇ ਵਿੱਚ ਤੁਸੀਂ ਪਾਤੇ 3 ਮੋਲੀਕਿਊਲ ਸੋਡੀਅਮ ਹਾਈਡਰੋਕਸਾਈਡ ਦੇ ਐਕੁਅਸ ਤੇ, ਠੀਕ ਹੈ। ਇਹਦੇ ਵਿੱਚੋਂ ਕਿਆ ਹੋਣਾ 3 NaCl ਬਾਹਰ ਨਿਕਲ ਜਾਣੇ, ਮਤਲਬ ਕਿ ਇਹ Cl ਬਾਹਰ ਨਿਕਲ ਜਾਣੇ, ਇਹਨਾਂ ਦੀ ਜਗ੍ਹਾ OH ਗਰੁੱਪ ਜੁੜ ਜਾਣਾ, ਕੀ ਬਣ ਗਿਆ HCOH। ਇਹ ਵਾਲਾ ਮੋਲੀਕਿਊਲ ਹੁਣ ਫਿਰ ਕੀ ਆ, ਇਹ ਅਨਸਟੇਬਲ, ਇੱਧਰੋਂ ਵਾਟਰ ਬਾਹਰ ਨਿਕਲ ਗਿਆ, ਇਹ ਵਾਲਾ ਬੌਂਡ ਇਸ ਸਾਈਡ ਸ਼ਿਫਟ ਹੋ ਗਿਆ, ਠੀਕ ਹੈ। ਕੀ ਬਣ ਗਿਆ RC, ਇੱਧਰ ਡਬਲ ਬੌਂਡ, ਇੱਧਰ OH, ਕੀ ਬਣ ਗਿਆ ਇਹ ਇੱਕ ਐਸਿਡ। ਐਸਿਡ ਦੇ ਵਿੱਚੋਂ ਲਾਸਟ ਦੇ ਵਿੱਚ ਫਿਰ ਉਹ ਪਾ ਦਿੰਦੇ, ਬਟ ਜੇ ਤੁਸੀਂ ਇੱਥੇ ਤੱਕ ਵੀ ਕਰਦੇ ਪਏ ਤਾਂ ਸਹੀ ਆ, ਓਕੇ। ਤੇ ਬੇਟਾ ਸਾਡਾ ਜਿਹੜੀ ਨੈਕਸਟ ਰਿਐਕਸ਼ਨ ਹੈਗੀ ਬਾਈ ਹਾਈਡਰੋਲਿਸਿਸ ਆਫ ਐਸਟਰ। ਐਸਟਰ ਤੁਹਾਨੂੰ ਪਤਾ ਹੀ, ਐਸਟਰ ਹੁੰਦਾ RCOOR ਡੈਸ਼,
ਇਹ ਤੁਹਾਡੇ ਕੋਲ ਐਸਟਰ ਹੈ, ਇਹਦੀ ਤੁਸੀਂ ਹਾਈਡਰੋਲਿਸਿਸ ਕਰਨੀ ਹੈ। ਹਾਈਡਰੋਲਿਸਿਸ ਮੀਨਸ ਇਹਦੇ ਵਿੱਚ ਵਾਟਰ ਐਡ ਕਰ ਦੇਣਾ ਹੈ, ਠੀਕ ਹੈ। ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਵਾਟਰ ਐਡ ਕਰਨਾ H ਪੋਜ਼ਿਟਿਵ ਐਸਿਡਿਕ ਮੀਡੀਅਮ ਜਾਂ ਬੇਸਿਕ ਮੀਡੀਅਮ, ਜਿਹਦੇ ਵਿੱਚ ਵੀ ਤੁਸੀਂ ਐਡ ਕਰਦੇ ਪਏ। ਹੁਣ ਦੇਖੋ H2O ਮਤਲਬ ਕਿ OH ਤੇ H ਇੱਕ ਪਾਸੇ ਇਹਨੂੰ ਇੱਥੋਂ ਟੁੱਟਣਾ, ਇੱਕ ਪਾਸੇ H ਜੋੜ ਦੇਣਾ, ਦੂਸਰੇ ਪਾਸੇ ਕਿਆ ਜੋੜ ਦੇਣਾ OH। ਮੰਨ ਲਓ ਤੁਹਾਡਾ ਬੌਂਡ ਇੱਥੋਂ ਟੁੱਟਦਾ ਪਿਆ, ਠੀਕ ਹੈ, ਇਧਰੋਂ ਬੌਂਡ ਟੁੱਟਿਆ, ਇਹਦੇ ਨਾਲ H ਜੋੜ ਦਿਓ, ਠੀਕ ਹੈ, ਇਹਦੇ ਨਾਲ ਕਿਆ ਜੋੜ ਦਿਓ H, ਕੀ ਬਣ ਗਿਆ ਪਲੱਸ R-OH ਤੇ ਦੂਸਰੇ ਪਾਸੇ ਕਿਆ ਸੀ RC ਡਬਲ ਬੌਂਡ O, ਇਹਦੇ ਨਾਲ ਆ ਵਾਲਾ OH ਜੋੜ ਦਿਓ, ਕਿਆ ਬਣ ਗਿਆ ਇੱਕ ਐਸਿਡ ਬਣ ਗਿਆ, ਠੀਕ ਹੈ, ਨਾਲ ਕਿਆ ਬਣ ਗਿਆ ਐਲਕੋਹਲ। ਗੱਲ ਸਮਝ ਲੱਗ ਗਈ, ਇੱਕ ਕਿਆ ਬਣ ਗਿਆ ਐਸਿਡ, ਦੂਸਰਾ ਕਿਆ ਬਣ ਗਿਆ ਐਲਕੋਹਲ। ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਹਾਂ, ਠੀਕ ਹੈ ਨਾ। ਮੰਨ ਲਓ ਸਾਡੇ ਕੋਲ ਇਹ ਕੰਪਾਊਂਡ ਆ ਕੋਈ CH3C ਡਬਲ ਬੌਂਡ O CH3, ਠੀਕ ਹੈ, ਇਹਦੇ ਵਿੱਚ ਤੁਸੀਂ ਵਾਟਰ ਪਾਇਆ ਇਨ ਦੀ ਪ੍ਰੈਜ਼ੈਂਸ ਆਫ H ਪੋਜ਼ਿਟਿਵ ਜਾਂ OH ਨੈਗੇਟਿਵ। ਇਹਦੇ ਵਿੱਚ ਕਿਆ ਹੋਣਾ ਇੱਧਰੋਂ ਬ੍ਰੇਕਡਾਊਨ ਹੋਈ। ਬੇਸਿਕਲੀ ਇਹ ਜਿਹੜੀ ਬ੍ਰੇਕਡਾਊਨ ਇੱਧਰੋਂ ਹੁੰਦੀ, ਇਹਦੇ ਲਈ ਵੀ ਆਈਸੋਟੋਪ ਲੇਬਲਿੰਗ ਲਾ ਕੇ ਪਤਾ ਲੱਗ ਜਾਂਦਾ ਸਾਨੂੰ ਕਿ ਇਹ ਵਾਲੀ ਆਕਸੀਜਨ ਬਾਹਰ ਜਾ ਰਹੀ ਹੈ ਜਾਂ ਇਹ ਵਾਲੀ ਆਕਸੀਜਨ ਬਾਹਰ ਜਾ ਰਹੀ ਹੈ। ਮੇਰੇ ਅਕੋਰਡਿੰਗ ਇਹ ਵਾਲੀ ਬਾਹਰ ਜਾਂਦੀ ਹੈ, ਠੀਕ ਹੈ, ਬਟ ਮੈਨੂੰ ਕਨਫਰਮ ਨੀਗਾ। ਇਹ MSc ਦੇ ਵਿੱਚ ਆਪਾਂ ਕਰਦੇ ਹੁੰਦੇ ਸੀਗੇ, ਬਟ ਹੁਣ ਮੈਨੂੰ ਸਕਿਪ ਹੋ ਗਈ ਉਹ ਚੀਜ਼। ਬਟ ਆਈਸੋਟੋਪ ਲੇਬਲਿੰਗ ਨਾਲ ਆਪਾਂ ਦੱਸ ਸਕਦੇ ਹਾਂ, ਠੀਕ ਹੈ, ਕਿ ਕਿਹੜੀ ਆਕਸੀਜਨ ਬਾਹਰ ਜਾ ਰਹੀ ਹੈ, ਠੀਕ ਹੈ। ਬਟ ਤੁਸੀਂ ਇਹਨੂੰ ਤੋੜਨਾ, ਤੁਸੀਂ ਡਾਇਰੈਕਟ ਰਿਐਕਸ਼ਨ ਲਿਖਣੀ ਹੈ, ਜਿੱਦਾਂ ਆਪ ਇੱਦਾਂ ਨਾ ਕਰਿਓ, ਠੀਕ ਹੈ। ਡਾਇਰੈਕਟ ਰਿਐਕਸ਼ਨ ਲਿਖ ਦਿਓ, ਕਿਆ ਬਣ ਗਿਆ CH3C ਡਬਲ ਬੌਂਡ OH ਪਲੱਸ CH3OH ਐਸਿਡ ਪਲੱਸ ਐਲਕੋਹਲ ਬਣ ਗਿਆ। ਇੰਨਾ ਕੁ ਕੰਮ ਹੀ ਕਰਨਾ ਤੁਸੀਂ, ਬੜਾ ਸੌਖਾ ਜਿਹਾ ਕੰਮ ਆ, ਓਕੇ। ਤੇ ਬੁੱਕ ਵਾਲੇ ਤਾਂ ਇਦਾਂ ਹੀ ਲਿਖ ਦਿੰਦੇ ਆ, ਠੀਕ ਹੈ, ਪੇਪਰ 'ਚ ਵੀ ਤੁਸੀਂ ਇਦਾਂ ਵੀ ਲਿਖ ਸਕਦੇ ਆ COOH। ਇਹਨੂੰ ਥੋੜਾ ਕੁ ਮਤਲਬ ਕਿ ਸਿੰਪਲ ਵੀ ਲੱਗਦਾ ਹੈ, ਠੀਕ ਹੈ। ਬਾਕੀ ਤੁਸੀਂ ਜਿੱਦਾਂ ਤੁਹਾਡੀ ਖੁਸ਼ੀ ਤੁਸੀਂ ਲਿਖ ਸਕਦੇ ਆ, ਓਕੇ। ਇਹਦੇ ਵਿੱਚ ਕੋਈ ਕੰਪਲਸ਼ਨ ਨਹੀਂ ਹੁੰਦੀ ਹੈ। ਬਟ ਅਗਰ ਤੁਹਾਨੂੰ ਮੈਕੈਨਿਜ਼ਮ ਬਾਰੇ ਬੋਲਦਾ ਪਿਆ ਆ, ਫਿਰ ਮੈਕੈਨਿਜ਼ਮ ਤੁਸੀਂ ਥੋੜਾ ਜਿੱਦਾਂ ਮੈਂ ਇਸ ਤਰ੍ਹਾਂ ਲਗਾਇਆ ਹੋਇਆ ਐਕਸਪਲੇਨ ਕਰਨਾ ਕਿ ਕਿਹੜਾ ਬੌਂਡ ਕਿੱਧਰ ਨੂੰ ਸ਼ਿਫਟ ਹੋ ਰਿਹਾ, ਕਿਹੜੇ ਇਲੈਕਟ੍ਰੋਨ, ਮਤਲਬ ਕਿ ਉਹਦੇ ਵਿੱਚ ਤੁਸੀਂ ਥੋੜਾ ਸ਼ੋਅ ਕਰਨਾ ਹੁੰਦਾ ਚੀਜ਼ ਨੂੰ, ਓਕੇ। ਬੇਟਾ ਸਾਡੀ ਨੈਕਸਟ ਰਿਐਕਸ਼ਨ ਆ, ਠੀਕ ਹੈ, ਅੱਜ ਲਈ ਆਪਾਂ ਲਾਸਟ ਹੀ ਕਰਨੀ ਆ। ਵੀਡੀਓ ਲੈਂਥੀ ਹੋ ਜਾਂਦੀ ਹੈ, ਠੀਕ ਹੈ, ਤੁਹਾਡੇ ਲਈ ਦੇਖਣੀ ਵੀ ਔਖੀ ਹੋ ਜਾਂਦੀ ਹੈ। ਇਹਦੇ ਵਿੱਚ ਹੈਗਾ ਬਾਈ ਐਲਕਾਲਾਈਨ ਹਾਈਡਰੋਲਿਸਿਸ ਆਫ ਐਕਟਿਵ ਮਿਥਾਈਲੀਨ ਕੰਪਾਊਂਡ। ਐਕਟਿਵ ਮਿਥਾਈਲੀਨ ਕੰਪਾਊਂਡ ਕਿਹੜਾ CH2, ਇੱਕ ਆ ਵਾਲਾ ਲੈ ਲੈਣਾ ਆਪਾਂ ਡਾਈ ਇਥਾਈਲ ਮੈਲੋਨੇਟ। ਕਿਆ ਬਣਿਆ ਇਹ ਡਾਈ ਇਥਾਈਲ ਮੈਲੋਨੇਟ, ਠੀਕ ਹੈ, ਇਹਦਾ ਨਾਮ ਯਾਦ ਰੱਖ ਲੈਣਾ ਥੋੜਾ ਕੁ। ਹੁਣ ਦੇਖੋ ਤੁਹਾਡੇ ਮਾਈਂਡ ਦੇ ਵਿੱਚ ਕੁਐਸਚਨ ਆ ਸਕਦਾ ਕਿ ਸਰ ਇੰਨੀਆਂ ਰਿਐਕਸ਼ਨਸ ਆਪਾਂ ਯਾਦ ਕਿਵੇਂ ਰੱਖਾਂਗੇ, ਠੀਕ ਹੈ। ਤੁਸੀਂ ਇਹਨਾਂ ਨੂੰ 2-3 ਵਾਰੀ ਰਿਵਾਈਜ਼ ਕਰ ਲਓ, ਆਪਣੇ ਆਪ ਯਾਦ ਹੋ ਜਾਂਦੀ ਹੈ, ਜ਼ਿਆਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਹੈ, ਠੀਕ ਹੈ। ਇਹਦੀ ਹਾਈਡਰੋਲਿਸਿਸ ਕੀਤੀ ਇਨ ਬੇਸਿਕ ਮੀਡੀਅਮ ਦੇ ਵਿੱਚ, ਆਹ ਵਾਲੇ ਦੋਨਾਂ ਗਰੁੱਪਾਂ ਦੀ ਜਗ੍ਹਾ ਆ ਜਾਣਾ HH ਆ ਜਾਣਾ, ਕਿਆ ਬਣ ਜਾਣਾ CH2COOH C। ਹੁਣ ਇਹਦਾ ਨਾਮ ਕੀ ਆ, ਇੱਕ ਮੈਂ ਤੁਹਾਨੂੰ ਦੱਸਿਆ ਸੀ ਓਮਸ, O ਆਕਜ਼ੈਲਿਕ M ਮੈਲੋਨਿਕ, ਇਹ ਕਿਹੜਾ ਬਣ ਗਿਆ ਮੈਲੋਨਿਕ ਐਸਿਡ, ਠੀਕ ਹੈ। ਇਹਨੂੰ ਜਦੋਂ ਤੁਸੀਂ ਹੀਟ ਕਰਦੇ ਆ ਨਾ, ਇਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜਾਂਦੀ ਹੈ। ਆ ਜਿੱਦਾਂ ਆਹ ਵਾਲਾ ਗਰੁੱਪ ਆ, ਕਾਰਬਨ ਡਾਈਆਕਸਾਈਡ ਬਾਹਰ ਨਿਕਲ ਗਈ, CH2 ਐਜ਼ ਇਟ ਇਜ਼ ਆ, ਠੀਕ ਹੈ। ਆਹ ਵਾਲੀ ਜਿਹੜੀ ਕਾਰਬਨ ਡਾਈਆਕਸਾਈਡ ਬਾਹਰ ਨਿਕਲੀ, ਇਹਦੇ ਨਾਲ ਇਕੱਲਾ ਕੀ ਜੁੜਿਆ ਰਹਿ ਗਿਆ CH3, ਮਤਲਬ H ਕਿਆ ਬਣ ਗਿਆ ਇਹ, ਜਿਹਨੂੰ ਆਪਾਂ ਕੰਪਲੀਟ ਕਰਕੇ ਲਿਖ ਦਈਏ CH3COOH, ਕੀ ਬਣ ਗਿਆ ਸਾਡੇ ਕੋਲ ਐਸਿਡ। ਇਹ ਸਿੰਪਲ ਜਿਹਾ ਹੀ ਆ। ਤੁਹਾਡੇ ਕੋਲ ਡਾਈ ਇਥਾਈਲ ਮੈਲੋਨੇਟ ਸੀਗਾ, ਡਾਈ ਇਥਾਈਲ ਮੈਲੋਨੇਟ ਉਹ ਜ਼ਿਆਦਾ ਨਾ ਓਮਸ, O ਆਕਜ਼ੈਲਿਕ ਐਸਿਡ, M ਮੈਲੋਨਿਕ ਐਸਿਡ, ਠੀਕ ਹੈ, S ਸਕਸੀਨਿਕ ਐਸਿਡ। ਉਹਦੇ ਅਕੋਰਡਿੰਗ ਕੋਈ ਵੀ ਐਕਟਿਵ ਗਰੁੱਪ ਲੈ ਕੇ ਤੁਸੀਂ ਕਰ ਸਕਦੇ ਆ। ਪਹਿਲਾਂ ਇਹਦੀ ਹਾਈਡਰੋਲਿਸਿਸ ਕਰਕੇ ਇੱਥੇ HH ਆ ਗਿਆ, ਠੀਕ ਹੈ, ਫਿਰ ਉਹਨੂੰ ਹੀਟ ਕਰਕੇ ਇੱਧਰੋਂ CO2 ਬਾਹਰ ਨਿਕਲ ਗਿਆ, ਆਹ ਵਾਲਾ H ਉਹਨਾਂ ਜਾ ਕੇ ਜੁੜ ਗਿਆ, ਕੀ ਬਣ ਗਿਆ ਐਸਿਡ ਬਣ ਗਿਆ, ਠੀਕ ਹੈ। ਇੰਨਾ ਕਰ ਲੈਣਾ ਤੇ ਬਾਕੀ ਪ੍ਰੈਪਰੇਸ਼ਨਸ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ।
ਬੇਟਾ ਇਹਨਾਂ ਨੂੰ 2 ਤੋਂ 3 ਵਾਰ 5 ਵਾਰ 10 ਵਾਰ ਜ਼ਰੂਰ ਲਿਖ ਕੇ ਦੇਖੋ। ਜਿੰਨਾ ਤੁਸੀਂ ਇਹਨੂੰ ਲਿਖ ਕੇ ਦੇਖੋਗੇ ਉਨੀ ਤੁਹਾਡੀ ਪ੍ਰੈਕਟਿਸ ਹੋਣੀ ਆ, ਉਨਾ ਤੁਹਾਨੂੰ ਇਹ ਸੋਹਣੀਆਂ ਲੱਗਣੀਆਂ, ਪਿਆਰੀਆਂ ਲੱਗਣੀਆਂ, ਠੀਕ ਹੈ, ਤੇ ਈਜ਼ਲੀ ਯਾਦ ਹੋ ਜਾਣੀਆਂ। ਠੀਕ ਹੈ ਬੱਚੋ।